डियर स्टूडेंट्स ਅੱਜ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਰਦੇ ਹਾਂ ਚੈਪਟਰ ਭੋਲੀ ਇਸ ਦੀ ਸਮਰੀ। ਚੈਪਟਰ ਭੋਲੀ ਕੇ ਏ ਆਬਾਸ ਦੁਆਰਾ ਲਿਖਿਆ ਗਿਆ। ਜੇ ਆਪਾਂ ਇਸ ਦੀ ਇੰਟਰੋਡਕਸ਼ਨ ਦੀ ਗੱਲ ਕਰੀਏ ਤਾਂ ਇੱਕ ਸਿੰਪਲ ਗਰਲ ਭੋਲੀ ਦੀ ਕਹਾਣੀ ਹੈ ਜਿਸ ਨੂੰ ਕੇ ਏ ਆਬਾਸ ਪੂਰਾ ਨਾਮ ਖਵਾਜਾ ਅਹਿਮਦ ਆਵਾਸ ਨੇ ਲਿਖਿਆ ਹੈ, ਜੋ ਭਾਰਤੀ ਰਾਈਟਰ ਦੇ ਨਾਲ ਫਿਲਮ ਡਾਇਰੈਕਟਰ ਵੀ ਰਹੇ ਨੇ। ਭੋਲੀ ਇੱਕ ਅਨਕੇਅਰਡ ਚਾਈਲਡ ਸੀ ਜਿਸ ਨੂੰ ਕੋਈ ਜ਼ਿਆਦਾ ਪਸੰਦ ਨਹੀਂ ਸੀ ਕਰਦਾ, ਸਿੰਪਲ ਸੀ ਅਤੇ ਹਕਲਾਉਂਦੀ ਵੀ ਸੀ, ਇਸੇ ਕਰਕੇ ਹਰ ਕੋਈ ਉਸਨੂੰ ਨੈਗਲੈਕਟ ਕਰਦਾ ਸੀ। ਪਰੰਤੂ ਉਸ ਦੀ ਪ੍ਰਾਇਮਰੀ ਟੀਚਰ ਨੇ ਉਸਨੂੰ ਮੋਟੀਵੇਟ ਕੀਤਾ ਅਤੇ ਉਸਨੇ ਐਜੂਕੇਸ਼ਨ ਪ੍ਰਾਪਤ ਕੀਤੀ। ਤਾਂ ਹਰ ਐਜੂਕੇਸ਼ਨ ਗੇਵ ਹਰ ਦ ਕਰੇਜ ਟੂ ਰਿਫਿਊਜ਼ ਟੂ ਮੈਰੀ ਵਿਸ਼ੰਬਰ ਨਾਥ ਅ ਗ੍ਰੀਡੀ ਪਰਸਨ। ਉਸ ਦੀ ਐਜੂਕੇਸ਼ਨ ਨੇ ਉਸਨੂੰ ਇੰਨਾ ਹੌਸਲਾ ਦਿੱਤਾ ਕਿ ਉਹ ਇੱਕ ਵਿਅਕਤੀ ਵਿਸ਼ੰਬਰ ਨਾਥ ਨਾਲ ਜਿਸ ਨਾਲ ਉਸਦਾ ਵਿਆਹ ਤੈਅ ਹੋ ਗਿਆ, ਉਸ ਨਾਲ ਵਿਆਹ ਕਰਾਉਣ ਤੋਂ ਵੀ ਇਨਕਾਰ ਕਰ ਦਿੱਤਾ। ਜਿਹੜੀ ਲੜਕੀ ਕਦੇ ਬੋਲ ਨਹੀਂ ਸਕਦੀ ਸੀ, ਡੰਮ ਕਾਓ ਦੀ ਤਰ੍ਹਾਂ ਸੀ, ਉਸ ਵਿੱਚ ਇੰਨਾ ਹੌਸਲਾ ਪੈਦਾ ਹੋ ਗਿਆ ਸਿਰਫ ਐਜੂਕੇਸ਼ਨ ਨਾਲ। ਤਾਂ ਇਹ ਸਟੋਰੀ ਇਸੇ ਥੀਮ 'ਤੇ ਆਧਾਰਿਤ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਕਿਸੇ ਵਿਅਕਤੀ ਦੇ ਵਿੱਚ ਸੈਲਫ ਕੌਨਫੀਡੈਂਸ ਪੈਦਾ ਕਰ ਦਿੰਦੀ ਹੈ ਅਤੇ ਉਹ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਹੈ। ਹਾਂਜੀ ਪਿਆਰੇ ਬੱਚਿਓ, ਹੁਣ ਆਪਾਂ ਇਸ ਨੂੰ ਡੀਟੇਲ ਦੇ ਵਿੱਚ ਸਮਰੀ ਕਰਦੇ ਹਾਂ, ਕਿਉਂਕਿ ਸਮਰੀ ਦੇ ਵਿੱਚੋਂ ਸਾਨੂੰ ਸਾਰੇ ਤਰ੍ਹਾਂ ਦੇ ਕੁਐਸਚਨਸ ਦੇ ਆਨਸਰਸ ਮਿਲ ਜਾਂਦੇ ਨੇ, ਆਬਜੈਕਟਿਵ ਟਾਈਪ, ਸ਼ਾਰਟ ਆਨਸਰ ਟਾਈਪ ਐਂਡ ਲੌਂਗ ਆਨਸਰ ਟਾਈਪ। ਤਾਂ ਸ਼ੁਰੂ ਕਰਦੇ ਹਾਂ ਸਮਰੀ ਆਪਾਂ। ਹਾਂਜੀ, ਕਿਸ ਦੀ ਕਹਾਣੀ ਹੈ ਬੇਟਾ? ਇਹ ਭੋਲੀ ਦੀ। ਰੀਅਲ ਨੇਮ ਸੁਲੇਖਾ। ਉਹਦਾ ਅਸਲੀ ਨਾਮ ਕੀ ਸੀ ਬੇਟਾ? ਸੁਲੇਖਾ। ਵਾਜ਼ 4th ਡਾਟਰ ਆਫ ਨੰਬਰਦਾਰ ਰਾਮ ਲਾਲ। ਤਾਂ ਆਪਾਂ ਨੂੰ ਉਹਦੇ ਪਿਤਾ ਦਾ ਨਾਮ ਵੀ ਪਤਾ ਚੱਲ ਗਿਆ, ਰਾਮ ਲਾਲ। ਉਹਦਾ ਕੰਮ ਵੀ ਪਤਾ ਲੱਗ ਗਿਆ ਕਿ ਮਤਲਬ ਉਹਦਾ ਡੈਜ਼ਿਗਨੇਸ਼ਨ ਸੀ ਮਤਲਬ ਨੰਬਰਦਾਰ। ਚੌਥੀ ਲੜਕੀ ਸੀ ਉਹਦੀ। ਵੈਨ ਸ਼ੀ ਵਾਜ਼ 10 months old, ਜਦੋਂ ਉਹ 10 ਮਹੀਨਿਆਂ ਦੀ ਸੀ ਅਜੇ, ਤਾਂ ਕੀ ਹੋਇਆ ਬੱਚਿਓ? ਫਾਲਨ ਆਫ ਦ ਕਾਟ ਔਨ ਹਰ ਹੈਡ। ਉਹ ਸਿਰ ਦੇ ਭਾਰ ਮੰਜੇ ਤੋਂ ਡਿੱਗ ਗਏ। ਤੁਹਾਨੂੰ ਪਤਾ ਨਾ, ਛੋਟੇ ਬੱਚੇ ਕਈ ਵਾਰ ਮੰਜੇ ਤੋਂ ਗਿਰ ਜਾਂਦੇ, ਸ਼ਰਾਰਤਾਂ ਵਗੈਰਾ ਕਰਦੇ, ਜਾਂ ਛੋਟੇ ਬੱਚਿਆਂ ਨੂੰ ਤਾਂ ਖੈਰ ਪਤਾ ਵੀ ਨਹੀਂ ਹੁੰਦਾ 10 months old ਨੂੰ, ਤਾਂ ਉਹ ਵੈਸੇ ਹੀ ਡਿੱਗ ਗਏ ਮੰਜੇ ਤੋਂ। ਐਂਡ ਸਮ ਪਾਰਟ ਆਫ ਆਰ ਬ੍ਰੇਨ ਗॉट ਡੈਮੇਜਡ। ਅਤੇ ਉਸ ਦੇ ਬ੍ਰੇਨ ਦਾ ਕੁਝ ਭਾਗ ਡੈਮੇਜ ਹੋ ਗਿਆ, ਖਰਾਬ ਹੋ ਗਿਆ, ਜਿਸ ਨਾਲ ਉਹ ਸਿੰਪਲ ਰਹਿ ਗਈ ਅਤੇ ਸਾਰਿਆਂ ਨੂੰ ਉਹਨੂੰ ਸੁਲੇਖਾ ਕਹਿਣਾ ਬੰਦ ਕਰਕੇ ਭੋਲੀ ਕਹਿਣਾ ਸ਼ੁਰੂ ਕਰ ਦਿਆ, ਵੀ ਭੋਲੀ ਸਿੱਧਰੀ, ਮਤਲਬ ਜਿਸ ਨੂੰ ਦਿਮਾਗ ਪੂਰਾ ਕੰਮ ਨਾ ਕਰਦਾ ਹੋਵੇ। ਉਹ ਜਨਮ ਸਮੇਂ ਤੋਂ ਬਹੁਤ ਸੋਹਣੀ ਸੀ, ਵਾਸ ਫੇਅਰ ਐਂਡ ਪ੍ਰੀਟੀ, ਬਹੁਤ ਸੋਹਣੀ ਸੀ। ਬਟ ਵੈਨ 2 years old, ਪਰ ਜਦੋਂ 2 ਸਾਲਾਂ ਦੀ ਸੀ, ਉਹ ਐਨ ਅਟੈਕ ਆਫ ਸਮਾਲ ਪੌਕਸ ਡਿਸਫਿਗਰਡ ਹਰ ਬੋਡੀ। ਸਮਾਲ ਪੌਕਸ ਦੇ ਅਟੈਕ ਨੇ ਉਸ ਦੀ ਬੋਡੀ ਨੂੰ ਡਿਸਫਿਗਰ ਕਰਤਾ। ਕਾਹਦੇ ਨਾਲ ਡਿਸਫਿਗਰ ਕਰਤਾ ਬੇਟਾ? ਵਿਦ ਡੀਪ ਬਲੈਕ ਪੌਕ ਮਾਰਕਸ। ਕਾਲੇ ਕਾਲੇ ਨਿਸ਼ਾਨ ਪੈ ਗਏ, ਡੂੰਘੇ ਡੂੰਘੇ। ਪਹਿਲਾਂ ਹੀ ਵਿਚਾਰੀ ਨੂੰ ਇੱਕ ਪ੍ਰੋਬਲਮ ਸੀ, ਦੂਸਰੀ ਹੋਰ, ਔਰ ਇਸ ਤੋਂ ਉੱਪਰੋਂ ਬਦਕਿਸਮਤੀ, ਅਨਫੋਰਚੂਨੇਟਲੀ ਸ਼ੀ ਕੁਡਨਟ ਸਪੀਕ ਐਟ 5। 5 ਸਾਲਾਂ ਤੱਕ ਤਾਂ ਬੋਲ ਹੀ ਨਹੀਂ ਸਕੀ। ਵੈਨ ਲਰਨ ਟੂ ਸਪੀਕ ਸ਼ੀ ਸਟੈਮਰਡ। ਜਦੋਂ ਉਹ ਸਿੱਖ ਵੀ ਗਈ ਬੋਲਣਾ ਤਾਂ ਸਟੈਮਰ ਕਰਦੀ ਸੀ, ਹਕਲਾ ਕੇ ਬੋਲਦੀ ਸੀ, ਉਹਨੂੰ ਆਪਣਾ ਨਾਮ ਵੀ ਨਹੀਂ ਪੂਰਾ ਲੈਣਾ ਆਉਂਦਾ ਸੀ, ਭੋ ਹੀ ਕਹਿੰਦੀ ਰਹਿੰਦੀ ਉਹ। ਤੇ ਦੂਸਰੇ ਚਿਲਡਰਨ ਨੇ ਤਾਂ ਮਜ਼ਾਕ ਉਡਾਉਣਾ ਹੀ, ਦੂਜੇ ਬੱਚੇ ਮਜ਼ਾਕ ਉਡਾਉਂਦੇ। ਇਹਦੇ ਨਤੀਜੇ ਵਜੋਂ ਬੋਲਣ ਦੀ ਕੋਸ਼ਿਸ਼ ਵੀ ਨਹੀਂ ਕਰਦੀ। ਸ਼ੀ ਟਾਕਡ ਵੈਰੀ ਲਿਟਲ। ਉਸਨੇ ਬੋਲਣਾ ਹੀ ਬੰਦ ਕਰਤਾ ਲਗਭਗ। ਹੁਣ ਉਸਦੇ ਪਰਿਵਾਰ ਬਾਰੇ ਥੋੜ੍ਹਾ ਜਿਹਾ। ਰਾਮ ਲਾਲਾ ਪ੍ਰੋਸਪੈਰਸ ਫਾਰਮਰ ਹੈਡ 7 children। ਰਾਮ ਲਾਲ ਦੇ ਬੇਟਾ 7 ਬੱਚੇ ਸੀ, 3 sons and 4 daughters। ਆਪਾਂ ਪਹਿਲਾਂ ਹੀ ਕੀਤਾ ਨਾ ਕਿ 4th daughter ਸੀ, ਤਾਂ ਉਹ ਯੰਗੈਸਟ ਹੋ ਗਈ। ਤਾਂ ਆਪਾਂ ਪਹਿਲਾਂ ਉਹਦੇ ਬੱਚੇ ਯਾਦ ਰੱਖਣੇ। ਰਾਮ ਲਾਲ ਦੇ ਕਿੰਨੇ ਬੱਚੇ ਨੇ? 7, ਜਿਹਦੇ ਵਿੱਚੋਂ 3 ਮੁੰਡੇ ਅਤੇ 4 ਕੁੜੀਆਂ, ਅਤੇ ਭੋਲੀ ਸਭ ਤੋਂ ਛੋਟੀ। ਅਤੇ ਜਿਹੜੀਆਂ 3 ਕੁੜੀਆਂ ਬਾਕੀ ਨੇ ਉਹ ਰਾਧਾ, ਮੰਗਲਾ ਐਂਡ ਚੰਪਾ। ਤਾਂ ਚਾਰੋਂ ਲੜਕੀਆਂ ਦੇ ਨਾਮ ਕੀ ਹੋਏ? ਰਾਧਾ, ਮੰਗਲਾ, ਚੰਪਾ ਐਂਡ ਭੋਲੀ। ਹਾਂਜੀ, ਆਲ ਦ ਚਿਲਡਰਨ ਐਕਸੈਪਟ ਭੋਲੀ ਵਰ ਹੈਲਦੀ ਐਂਡ ਸਟਰੋਂਗ। ਸਾਰੇ ਬੱਚੇ ਵਧੀਆ ਸੀ, ਪਰ ਭੋਲੀ ਵਿਚਾਰੀ, ਇੱਕ ਤਾਂ ਭੋਲੀ ਉੱਤੋਂ ਅਗਲੀ, ਅਤੇ ਤੀਜੀ ਪ੍ਰੋਬਲਮ ਕੀ ਸੀ? ਹਕਲਾਉਂਦੀ ਸੀ। ਦ ਸਨ ਸਟੱਡੀ ਇਨ ਸਕੂਲ ਇਨ ਸਿਟੀ, ਲੇਟਰ ਇਨ ਕਾਲਜਸ। ਦੇਖੋ ਬੇਟਾ, ਉਦੋਂ ਦਾ ਕਲਚਰ ਦੇਖੋ। ਮੁੰਡੇ ਤਾਂ ਸ਼ਹਿਰ ਵਿੱਚ ਪੜ੍ਹਨ ਗਏ ਹੋਏ ਸੀ, ਪਹਿਲਾਂ ਸਕੂਲਾਂ 'ਚ, ਫਿਰ ਕਾਲਜਸ ਦੇ ਵਿੱਚ, ਪਰ ਕੁੜੀਆਂ ਨੂੰ ਪੜ੍ਹਾਉਣਾ ਤਾਂ ਪਸੰਦ ਹੀ ਨਹੀਂ ਕੀਤਾ ਜਾਂਦਾ ਸੀ। ਇਹਦੇ ਬਾਰੇ ਵੀ ਅੱਗੇ ਆਏਗਾ, ਤੁਹਾਨੂੰ ਪਤਾ ਚੱਲੇਗਾ। ਰਾਧਾ ਦੀ ਐਲਡੈਸਟ ਡਾਟਰ ਹੈਡ ਆਲਰੇਡੀ ਬੀਨ ਮੈਰਿਡ। ਰਾਧਾ ਪਹਿਲਾਂ ਹੀ ਉਹਦਾ ਵਿਆਹ ਹੋ ਚੁੱਕਿਆ ਸੀ। ਮੰਗਲਾਜ਼ ਮੈਰਿਜ ਹੈਡ ਬੀਨ ਸੈਟਲਡ। ਮੰਗਲਾ ਦੇ ਵਿਆਹ ਤੈਅ ਹੋ ਗਿਆ ਸੀ। ਐਂਡ ਵੈਨ ਦੈਟ ਵਾਜ਼ ਡਨ, ਜਦੋਂ ਇਹ ਵੀ ਪੂਰਾ ਹੋ ਗਿਆ ਤਾਂ ਰਾਮ ਲਾਲ ਵੁੱਡ ਥਿੰਕ ਆਫ ਦ 3rd ਚੰਪਾ। ਫਿਰ ਕਿਹਦੇ ਬਾਰੇ ਸੋਚੇਗਾ? ਤੀਜੀ ਕੁੜੀ ਚੰਪਾ ਬਾਰੇ। ਚੌਥੀ ਬਾਰੇ ਤਾਂ ਉਹ ਚਿੰਤਾ ਤੁਰੀ ਰਹਿੰਦਾ ਸੀ, ਕਿਉਂਕਿ ਉਹਦਾ ਵਿਆਹ ਨਹੀਂ ਸੀ ਹੋ ਸਕਦਾ,
क्यों नहीं सी हो सकता? बिकॉज शी हैड नो गुड लुक्स एंड इंटैलीजेंस। ना तो सोहनी सी ना इंटैलीजेंट सी। ਉਹਦੇ ਬਾਰੇ ਤਾਂ ਰਾਮ ਲਾਲ ਵਰਿਡ ਹੀ ਰਹਿੰਦਾ ਸੀ ਹਮੇਸ਼ਾ। ਹੁਣ ਕਿਸੇ ਨਾ ਕਿਸੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਟਰਨਿੰਗ ਪੁਆਇੰਟ ਜ਼ਰੂਰ ਹੁੰਦਾ ਬੇਟਾ। ਟਰਨਿੰਗ ਪੁਆਇੰਟ ਕਿਹਨੂੰ ਕਹਿੰਦੇ ਨੇ? ਜਦੋਂ ਜ਼ਿੰਦਗੀ ਬਦਲ ਜੇ। ਤਾਂ ਭੋਲੀ ਨੂੰ ਜ਼ਿੰਦਗੀ 'ਚ ਕੋਈ ਆਸ ਨਹੀਂ ਸੀ, ਵਿਚਾਰੀ ਨਿਗਲੈਕਟਡ ਸੀ, ਬਿਲਕੁਲ ਹੀ ਉਹਦੀ ਕੋਈ ਕੇਅਰ ਹੀ ਨਹੀਂ ਸੀ ਕਰਦਾ। ਬਟ ਟਰਨਿੰਗ ਪੁਆਇੰਟ ਇਨ ਭੋਲੀਜ਼ ਲਾਈਫ, ਉਹਦੀ ਜ਼ਿੰਦਗੀ 'ਚ ਇੱਕ ਟਰਨਿੰਗ ਪੁਆਇੰਟ ਆਇਆ। ਕਦੋਂ ਆਇਆ? ਜਦੋਂ ਭੋਲੀ ਜਿਹੜੀ ਸੀ 7 ਸਾਲਾਂ ਦੀ ਸੀ। ਭੋਲੀ ਵਾਜ਼ 7 years old ਵੈਨ ਪ੍ਰਾਇਮਰੀ ਸਕੂਲ ਓਪਨਡ ਇਨ ਵਿਲੇਜ। ਜਦੋਂ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੁੱਲ੍ਹ ਗਿਆ। ਇਸ ਦੀ ਓਪਨਿੰਗ ਸੈਰੇਮਨੀ ਲਈ ਤਹਿਸੀਲਦਾਰ ਸਾਹਿਬ ਆਏ ਤੇ ਤਹਿਸੀਲਦਾਰ ਸਾਹਿਬ ਨੇ ਸਾਰਿਆਂ ਨੇ ਪਿੰਡ ਦੇ ਜਿਹੜੇ ਮੋਹਤਵਰ ਸੱਜਣ ਸੀ ਉਹਨਾਂ ਨੂੰ ਬੁਲਾਇਆ ਹੋਇਆ ਸੀ। ਉਹਦੇ ਵਿੱਚ ਰਾਮ ਲਾਲ ਵੀ ਸੀ। ਕਿਉਂ ਸੀ ਬੇਟਾ ਰਾਮ ਲਾਲ? ਕਿਉਂਕਿ ਰਾਮ ਲਾਲ ਪਿੰਡ ਦਾ ਨੰਬਰਦਾਰ ਸੀ। ਤਾਂ ਉਸਨੇ ਰਾਮ ਲਾਲ ਨੂੰ ਕਿਹਾ ਵੀ ਤੂੰ ਵੀ ਆਪਦੀਆਂ ਕੁੜੀਆਂ ਨੂੰ ਸਕੂਲ ਭੇਜਿਆ ਕਰ ਤਾਂ ਕਿ ਦੂਸਰੇ ਵਿਅਕਤੀਆਂ ਦੇ ਸਾਹਮਣੇ ਇੱਕ ਉਦਾਹਰਨ ਬਣ ਜੇ। ਹੁਣ ਰਾਮ ਲਾਲ ਤਹਿਸੀਲਦਾਰ ਸਾਹਿਬ ਨੂੰ ਨਾ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਵੱਡਾ ਅਫਸਰ ਸੀ। ਉਹ ਤਾਂ ਉਹਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਪਰ ਉਹਦੀ ਪਤਨੀ ਨਹੀਂ ਸੀ ਚਾਹੁੰਦੀ। She didn't want to send girls to schools। ਕਿਉਂ ਨਹੀਂ ਚਾਹੁੰਦੀ ਸੀ? As nobody would marry them। ਫਿਰ ਉਹਨਾਂ ਨਾਲ ਵਿਆਹ ਕੌਣ ਕਰੇਗਾ? But they decided to send ਭੋਲੀ। ਪਰ ਉਹਨਾਂ ਨੇ ਸੋਚ ਕੇ ਫੈਸਲਾ ਕੀਤਾ ਕਿ ਚਲੋ ਭੋਲੀ ਨੂੰ ਭੇਜ ਦਿੰਦੇ ਆ, ਇਹਦਾ ਕਿਹੜਾ ਵਿਆਹ ਹੋਣਾ। ਵੈਸੇ ਵੀ ਇਹਦਾ ਚਿਹਰਾ ਵੀ ਨਹੀਂ ਸਾਫ਼, ਉਹ ਵੀ ਦਿਮਾਗ ਹੈ ਨਹੀਂ ਇਹਦਾ, ਇਹਦੇ ਨਾਲ ਕਿਸੇ ਨੇ ਵਿਆਹ ਤਾਂ ਕਰਾਉਣਾ ਹੀ ਨਹੀਂ। ਨਾਲੇ ਤਾਂ ਸਾਡੀ ਉਹ ਵੀ ਪੂਰੀ ਹੋ ਜੂਗੀ ਕਿ ਆਪਾਂ ਨੂੰ ਤਹਿਸੀਲਦਾਰ ਸਾਹਿਬ ਨੇ ਕਿਹਾ, ਨਾਲੇ ਇਹਨੂੰ ਕੁਛ ਆਉਣਾ ਤਾਂ ਹੈ ਨਹੀਂ। ਪਰ ਭੋਲੀ ਵਿਚਾਰੀ ਇਹ ਸਾਰਾ ਕੁਝ ਸੁਣ ਕੇ ਡਰ ਗਈ। ਕਿਉਂ ਡਰ ਗਈ ਬੇਟਾ? Has she remembered how a few days ago their old cow Lakshmi had been sold। ਉਸਨੂੰ ਯਾਦ ਆਇਆ ਕਿ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਉਹਨਾਂ ਦੀ ਇੱਕ ਕਾਂ ਸੀ ਲక్ష్ਮੀ, ਉਸਨੂੰ ਵੇਚ ਦਿੱਤਾ ਗਿਆ ਸੀ। ਉਹਨੂੰ ਇੰਜ ਲੱਗਿਆ ਜਿਵੇਂ ਉਹਨੂੰ ਘਰੋਂ ਕੱਢਿਆ ਜਾ ਰਿਹਾ ਅੱਜ। She was bathed and given a clean dress। ਉਹਨੂੰ ਨਹਾਇਆ ਗਿਆ ਤੇ ਉਹਦੇ ਸਾਫ਼ ਕੱਪੜੇ ਪਾਏ ਗਏ। ਨਵੇਂ ਕੱਪੜੇ ਤਾਂ ਉਹਨੂੰ ਕਦੇ ਦਿੱਤੇ ਹੀ ਨਹੀਂ ਸੀ ਜਾਂਦੇ ਤੇ ਅੱਜ ਵੀ ਬੇਟਾ ਉਹਨੂੰ ਨਵੇਂ ਕੱਪੜੇ ਨਹੀਂ ਮਿਲੇ, ਬਲਕਿ ਚੰਪਾ ਦੀ ਪੁਰਾਣੀ ਡਰੈਸ ਸੀ ਉਹੀ ਉਹਨੂੰ ਪਹਿਨਾ ਦਿੱਤੀ ਗਈ। ਪਰ ਜਦੋਂ ਉਹ ਸਕੂਲ ਪਹੁੰਚੇ ਤਾਂ ਉਹਨੂੰ ਵਧੀਆ ਲੱਗਿਆ ਉੱਥੇ ਜਾ ਕੇ ਕਿਉਂਕਿ ਸ਼ੀ ਵਾਜ਼ ਗਲੈਡ ਟੂ ਸੀ ਸੋ ਮੈਨੀ ਗਰਲਸ। ਉਹਨੂੰ ਇੰਨੀਆਂ ਸਾਰੀਆਂ ਕੁੜੀਆਂ ਦੇਖ ਕੇ ਖੁਸ਼ੀ ਹੋਈ ਕਿ ਇਹਨਾਂ ਵਿੱਚੋਂ ਕੋਈ ਨਾ ਕੋਈ ਤਾਂ ਉਹਦੀ ਜ਼ਰੂਰ ਸਹੇਲੀ ਬਣ ਜਾਵੇਗੀ। ਔਰ ਸਕੂਲ ਬੜਾ ਸੋਹਣਾ ਸੀ ਬੇਟਾ। ਪਿਕਚਰਸ ਔਨ ਦਾ ਵਾਲਸ ਫੈਸੀਨੇਟਡ ਹਰ। ਜਿਹੜੀਆਂ ਦੀਵਾਰਾਂ 'ਤੇ ਤਸਵੀਰਾਂ ਸੀ ਉਸ ਨੇ ਵੀ ਉਹਨੂੰ ਬੜਾ ਅਟਰੈਕਟ ਕੀਤਾ। ਫੈਸੀਨੇਟ ਕੀ ਹੁੰਦਾ? ਅਟਰੈਕਟ ਕਰਨਾ, ਸੋਹਣਾ ਲੱਗਣਾ। ਵੈਨ ਹਰ ਟੀਚਰ ਆਸਕਡ ਹਰ ਨੇਮ, ਉਸ ਟੀਚਰ ਨੇ ਉਸਨੂੰ ਨਾਮ ਪੁੱਛਿਆ। ਸ਼ੀ ਸਟੈਮਰਡ, ਉਹ ਫਿਰ ਹਕਲਾਈ। ਐਂਡ ਚਿਲਡਰਨ ਸਟਾਰਟਡ ਲਾਫਿੰਗ, ਬੱਚੇ ਹੱਸਣ ਲੱਗ ਗਏ। ਸ਼ੀ ਬਿਗਨ ਟੂ ਕਰਾਈ, ਉਹ ਰੋਣ ਲੱਗ ਗਈ। ਪਰ ਉਸ ਤੋਂ ਬਾਅਦ ਟੀਚਰ ਨੇ ਉਸਨੂੰ ਇੰਨੇ ਪਿਆਰ ਨਾਲ ਬੁਲਾਇਆ। ਟੀਚਰ ਕਾਲਡ ਹਰ ਇਨ ਸੌਫਟ ਵੌਇਸ, ਬਹੁਤ ਹੀ ਕੋਮਲ ਆਵਾਜ਼ ਦੇ ਵਿੱਚ, ਨਰਮ ਆਵਾਜ਼ ਦੇ ਵਿੱਚ ਟੀਚਰ ਨੇ ਉਸਨੂੰ ਬੁਲਾਇਆ ਕਿ ਤੂੰ ਆਪਣਾ ਨਾਮ ਦੱਸ। ਤਾਂ ਟੀਚਰ ਦੀ ਇਨਕਰੇਜਮੈਂਟ ਦੇ ਨਾਲ, ਇਨਕਰੇਜਮੈਂਟ ਹੁੰਦਾ ਹੌਸਲਾ ਦੇਣ ਦੇ ਨਾਲ, ਸ਼ੀ ਵਾਜ਼ ਏਬਲ ਟੂ ਸੇ ਭੋਲੀ। ਉਹ ਭੋ ਭੋਲੀ ਕਹਿਣ ਵਿੱਚ ਕਾਮਯਾਬ ਹੋ ਗਈ। ਹੁਣ ਟੀਚਰ ਨੇ ਉਸਨੂੰ ਕੀ ਕੀਤਾ? ਪਿਆਰ ਨਾਲ ਐਜੂਕੇਸ਼ਨ ਬਾਰੇ ਸਮਝਾਇਆ ਐਂਡ ਗੇਵ ਹਰ ਦ ਬੁੱਕ ਫੁੱਲ ਆਫ ਨਾਈਸ ਕਲਰਡ ਪਿਕਚਰਸ। ਉਸਨੇ ਸੋਹਣੇ ਸੋਹਣੇ ਪਿਕਚਰਸ ਵਾਲੀ ਬੁੱਕ ਉਸਨੂੰ ਦੇ ਦਿੱਤੀ। ਸ਼ੀ ਟੋਲਡ ਹਰ ਦੈਟ ਵਨ ਡੇ ਸ਼ੀ ਵੁੱਡ ਬਿਕਮ ਦ ਮੋਸਟ ਐਜੂਕੇਟਿਡ ਗਰਲ ਇਨ ਦ ਵਿਲੇਜ। ਇੱਕ ਦਿਨ ਉਸ ਪਿੰਡ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਕੁੜੀ ਬਣ ਚੁੱਕੀ। ਭੋਲੀ ਵਾਜ਼ ਫੁੱਲ ਆਫ ਐਕਸਾਈਟਮੈਂਟ। ਭੋਲੀ ਬੜੀ ਖੁਸ਼ ਸੀ ਕਿਉਂਕਿ ਉਸਨੂੰ ਇੱਕ ਨਵੀਂ ਆਸ ਲੱਗ ਰਹੀ ਸੀ। ਅੱਜ ਦੇ ਈਅਰਸ ਪਾਸ, ਸਾਲ ਬੀਤ ਗਏ। ਵਿਲੇਜ ਟਰਨਡ ਇਨਟੂ ਅ ਸਮਾਲ ਟਾਊਨ। ਵਿਲੇਜ ਇੱਕ ਟਾਊਨ ਬਣ ਗਿਆ। ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ ਤੇ ਭੋਲੀ ਦੀ ਮੈਰਿਜ ਵੀ ਫਿਕਸ ਹੋ ਗਈ ਬਿਸ਼ੰਬਰ ਨਾਥ ਨਾਲ, ਗ੍ਰੋਸਰ ਦੇ ਨਾਲ ਕਿਰਾਣੇ ਦਾ ਕੰਮ ਕਰਦਾ ਸੀ। ਉਹਦੀ ਸੈਕਿੰਡ ਮੈਰਿਜ ਸੀ ਪਰ ਐਂ ਸੀ ਭੋਲੀ ਨਾਲ ਕਿਸੇ ਨੇ ਵਿਆਹ ਨਹੀਂ ਸੀ ਕਰਾਉਣਾ, ਇਸ ਕਰਕੇ ਉਹਦੇ ਮਾਂ-ਬਾਪ ਨੇ ਹਾਂ ਕਰਤੀ। ਅਮੀਰ ਸੀ ਵੈਸੇ ਉਹ। ਹੀ ਕੇਮ ਵਿਦ ਅ ਗ੍ਰੇਟ ਪੰਪ ਐਂਡ ਸ਼ੋ। ਮੈਰਿਜ ਵਾਲੇ ਦਿਨ ਬੜੇ ਦਿਖਾਵੇ ਨਾਲ ਆਇਆ। ਬਟ ਵੈਨ ਹੀ ਕੇਮ ਟੂ ਨੋ ਆਫ ਹਰ ਪੌਕ ਮਾਰਕਸ, ਜਦੋਂ ਉਸਨੇ ਦੇਖਿਆ ਕਿ ਭੋਲੀ ਦੇ ਚਿਹਰੇ 'ਤੇ ਪੌਕ ਮਾਰਕਸ ਨੇ ਤਾਂ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਵਾਉਂਦਾ, ਔਰ ਜੇ ਕਰਵਾਉਂਗਾ ਵੀ ਤਾਂ ਹੀ ਡਿਮਾਂਡਡ ₹5000। ਉਸਨੇ 5000 ਰੁਪਏ ਦਾ ਦਹੇਜ ਮੰਗ ਲਿਆ। ਉਸਦੇ ਪਿਤਾ ਨੂੰ ਹੁਣ ਆਪਣੀ ਇੱਜ਼ਤ ਰੱਖਣ ਲਈ ਵਿਚਾਰੇ ਨੇ ਰੋਂਦੇ ਰੋਂਦੇ ਇਹ ਵੀ ਪੂਰੀ ਕਰ ਦਿੱਤੀ। ਹਰ ਫਾਦਰ ਫੁਲਫਿਲਡ ਹਿਜ਼ ਡਿਮਾਂਡ ਵਿਦ ਟੀਅਰਸ ਇਨ ਹਿਜ਼ ਆਈਜ਼। ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਉਸਨੇ ਉਸਨੂੰ 5000 ਰੁਪਏ ਦੇ ਦਿੱਤੇ। ਬਟ ਆਲ ਆਫ ਅ ਸਡਨ, ਪਰ ਅਚਾਨਕ ਕੀ ਹੋਇਆ? ਭੋਲੀ ਰਿਫਿਊਜ਼ ਟੂ ਮੈਰੀ ਬਿਸ਼ੰਬਰ। ਭੋਲੀ ਨੇ ਬਿਸ਼ੰਬਰ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਇੱਕ ਗ੍ਰੀਡੀ ਮੈਨ ਸੀ, ਉਹ ਲਾਲਚੀ ਸੀ। ਉਹ ਪੈਸਿਆਂ ਨਾਲ ਹੀ ਉਸ ਨਾਲ ਵਿਆਹ ਕਰ ਰਿਹਾ ਸੀ। ਉਸਨੇ ਮਨਾ ਕਰਤਾ। ਉਸਦੇ ਮਾਂ-ਬਾਪ ਨੂੰ ਲੱਗਿਆ ਕਿ ਉਸਦੀ ਇੱਜ਼ਤ ਖਰਾਬ ਹੋ ਜਾਏਗੀ, ਬਰਾਤ ਵਾਪਸ ਜਾਏਗੀ। ਪਰ ਉਸਨੇ ਆਪਣੇ ਮਾਂ-ਬਾਪ ਨੂੰ ਸਮਝਾਇਆ
ਕਿ ਉਹਨਾਂ 'ਤੇ ਬੋਝ ਨਹੀਂ ਬਣੇਗੀ, ਬਲਕਿ ਸ਼ੀ ਡਿਸਾਈਡਡ ਟੂ ਟੀਚ ਇਨ ਦ ਸੇਮ ਸਕੂਲ ਵੇਅਰ ਸ਼ੀ ਹੈਡ ਲਰਨ ਸੋ ਮੱਚ। ਜਿਹੜੇ ਸਕੂਲ 'ਚ ਪੜ੍ਹੀ ਸੀ ਉੱਥੇ ਹੀ ਪੜ੍ਹਾਏਗੀ, ਉੱਥੇ ਟੀਚਰ ਬਣ ਜਾਏਗੀ। ਹੁਣ ਉਸਦੀ ਟੀਚਰ ਵੀ ਉਸ ਵਿਆਹ ਸਮੇਂ ਆਈ ਹੋਈ ਸੀ, ਉਹ ਸਾਰਾ ਕੁਝ ਦੇਖ ਰਹੀ ਸੀ। ਤਾਂ ਉਸਨੂੰ ਇਸ ਗੱਲ 'ਤੇ ਸੈਟਿਸਫੈਕਸ਼ਨ ਸੀ ਕਿ ਭੋਲੀ ਜੋ ਇੱਕ ਡੰਮ ਕਾਊ ਦੀ ਤਰ੍ਹਾਂ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਮੈਂ, ਜਿਹੜੀ ਕਦੇ ਬੋਲਦੀ ਨਹੀਂ ਸੀ, ਜਿਸ ਦਾ ਮਜ਼ਾਕ ਉਡਾਇਆ ਜਾਂਦਾ ਸੀ, ਜੋ ਬਹੁਤ ਹੀ ਇਨਫੀਰੀਅਰਿਟੀ ਕੰਪਲੈਕਸ ਦੀ ਸ਼ਿਕਾਰ ਸੀ, ਅੱਜ ਉਹ ਇੰਨੇ ਕੌਨਫੀਡੈਂਸ ਦੇ ਨਾਲ ਸਾਰਿਆਂ ਦੇ ਸਾਹਮਣੇ ਬਿਸ਼ੰਬਰਨਾਥ ਨੂੰ ਜਵਾਬ ਦੇ ਰਹੀ ਹੈ ਅਤੇ ਆਪਣਾ ਕੌਨਫੀਡੈਂਸ ਦਿਖਾ ਰਹੀ ਹੈ ਕਿ ਮੈਂ ਉਸ ਸਕੂਲ 'ਚ ਪੜ੍ਹਾਉਂਗੀ, ਟੀਚਰ ਬਣ ਕੇ ਮਾਤਾ ਪਿਤਾ ਦੀ ਸੇਵਾ ਕਰੂੰਗੀ। ਤਾਂ ਸ਼ੀ ਵਾਜ਼ ਫੁੱਲ ਆਫ ਸੈਟਿਸਫੈਕਸ਼ਨ। ਉਹ ਇੰਨੇ ਸੰਤੋਸ਼ ਨਾਲ ਭਰੀ ਹੋਈ ਸੀ, ਜਿਵੇਂ ਇੱਕ ਆਰਟਿਸਟ ਨੂੰ ਲੱਗਦਾ ਕਿ ਮੇਰੀ ਕਲਾ ਅੱਜ ਪੂਰਨ ਹੋ ਗਈ, ਮੇਰੀ ਕਲਾ ਸਫਲ ਹੋ ਗਈ। ਇਸ ਤਰ੍ਹਾਂ ਉਸਨੂੰ ਬੜੀ ਸੰਤੁਸ਼ਟੀ ਸੀ ਕਿ ਉਸਨੇ ਭੋਲੀ ਨੂੰ ਗਾਈਡ ਕੀਤਾ ਅਤੇ ਉਸ ਦੀ ਜਿਹੜੀ ਸਿੱਖਿਆ ਹੈ ਅੱਜ ਸਫਲ ਹੋ ਗਈ ਕਿ ਉਸ ਲੜਕੀ ਨੂੰ ਕਿਸੇ ਇਸ ਤਰ੍ਹਾਂ ਦੇ ਗਰੀਡੀ ਐਂਡ ਕਾਵਰਡ ਮੈਨ ਦੇ ਨਾਲ ਨਹੀਂ ਜਾਣਾ ਪਿਆ, ਬਲਕਿ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਲੈਣ ਦੇ ਕਾਬਿਲ ਹੋ ਗਈ। ਤਾਂ ਪਿਆਰੇ ਬੱਚਿਓ, ਇਸ ਕਹਾਣੀ ਦਾ ਥੀਮ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਕਿ ਐਜੂਕੇਸ਼ਨ ਜਿਹੜੀ ਹੈ ਉਹ ਸਿੰਪਲ ਤੋਂ ਸਿੰਪਲ ਵਿਅਕਤੀ ਨੂੰ ਵੀ ਰਿਸਪੈਕਟੇਬਲ ਬਣਾ ਸਕਦੀ ਹੈ ਅਤੇ ਐਜੂਕੇਸ਼ਨ ਹੀ ਹੈ ਕਿ ਸਾਨੂੰ ਸਮਾਜ ਦੇ ਵਿੱਚ ਵਧੀਆ ਸਥਾਨ ਦਿਵਾਉਣ ਵਿੱਚ ਕਾਮਯਾਬ ਹੋ ਸਕਦੀ ਹੈ, ਹੋਰ ਕੋਈ ਚੀਜ਼ ਸਾਨੂੰ ਨਹੀਂ ਉਸ ਥਾਂ 'ਤੇ ਰੱਖ ਸਕਦੀ। ਤਾਂ ਇਹ ਸੀ ਸਾਡੀ ਕਹਾਣੀ ਭੋਲੀ ਸਿੰਪਲ ਲੜਕੀ ਅਤੇ ਐਂਡ ਜਿਹੜਾ ਹੈਗਾ ਐਜੂਕੇਸ਼ਨ ਨੇ ਉਸਨੂੰ ਵਧੀਆ ਮੋੜ 'ਤੇ ਲਿਆ ਕੇ ਖੜਾ ਕੀਤਾ। ਫਿਰ ਮਿਲਾਂਗੇ ਬੇਟਾ ਆਪਾਂ ਕੁਐਸਚਨ ਆਨਸਰਸ ਦੇ ਨਾਲ। ਮੇਰੇ ਖਿਆਲ ਵਿੱਚ ਤੁਸੀਂ ਇਸ ਕਹਾਣੀ ਨੂੰ ਇੰਜੋਏ ਕੀਤਾ ਹੋਊਗਾ। ਓਕੇ ਬੇਟਾ, ਥੈਂਕ ਯੂ।